ਹੁਣ बेटा ਆਪਾਂ 10ਵੀਂ ਕਲਾਸ ਦਾ ਅਧਿਆਇ 14 ਤੇ ਅਭਿਆਸ 14.3 ਵਿੱਚ ਮੱਧਿਕਾ ਸਿੱਖਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਮੈਂ ਆਪਣੀ 2 ਵੀਡੀਓ ਬਣਾਈਆਂ ਨੇ, ਜਿਹਦੇ ਵਿੱਚ ਪਹਿਲੇ ਦੇ ਵਿੱਚ ਤੁਹਾਨੂੰ ਮੱਧਮਾਨ ਤੇ ਦੂਜੇ ਦੇ ਵਿੱਚ ਬਹੁਲਕ ਸਿਖਾਇਆ ਹੈ ਤੇ ਉਸ ਬਹੁਲਕ ਦੇ ਵਿੱਚ ਮੱਧਮਾਨ ਨੂੰ ਦੁਬਾਰਾ ਵੀ ਸਮਝਾਇਆ ਗਿਆ ਹੈ। ਹੁਣ ਇਸ ਤੀਜੇ ਅਭਿਆਸ ਦੇ ਵਿੱਚ ਤੁਹਾਨੂੰ ਮੱਧਿਕਾ ਸਮਝਾਉਣ ਤੋਂ ਬਾਅਦ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮੱਧਮਾਨ, ਮੱਧਿਕਾ ਤੇ ਬਹੁਲਕ ਤਿੰਨੋਂ ਹੀ ਇੱਕ ਸਵਾਲ ਦੇ ਵਿੱਚ ਕੱਢ ਕੇ ਵੀ ਦਿਖਾਊਂਗਾ ਤਾਂ ਕਿ ਤੁਹਾਡੀ ਸਾਰੇ ਚੈਪਟਰ ਦੀ ਰਿਵੀਜ਼ਨ ਇਕੱਠੀ ਹੋ ਸਕੇ। ਹੁਣ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇੱਕ ਸਵਾਲ ਕਰਨ ਜਾ ਰਹੇ ਹਾਂ ਜਿਹੜਾ ਕਿ ਅਭਿਆਸ 14.3 ਦਾ 7ਵਾਂ ਸਵਾਲ ਹੈ, ਪਰ ਇਹਦੇ ਵਿੱਚ ਸਿਰਫ ਮੱਧਿਕਾ ਕੱਢਣ ਲਈ ਕਿਹਾ ਗਿਆ, ਇਸ ਕਰਕੇ ਇਸ ਨੂੰ ਪਹਿਲਾਂ ਕਰਾਇਆ ਜਾ ਰਿਹਾ ਹੈ। ਬਾਕੀ ਸਵਾਲਾਂ ਦੇ ਵਿੱਚ ਮੱਧਿਕਾ ਦੇ ਨਾਲ ਨਾਲ ਮੱਧਮਾਨ ਜਾਂ ਬਹੁਲਕ ਵੀ ਕੱਢਣ ਨੂੰ ਕਿਹਾ ਗਿਆ ਸੀਗਾ। ਹੁਣ ਇਸ ਸਵਾਲ ਦੇ ਵਿੱਚ ਅਸੀਂ ਸਿਰਫ ਇਹੀ ਸਿੱਖਣਾ ਹੈ ਕਿ ਹਾਊ ਟੂ ਫਾਈਂਡ ਮੀਡੀਅਨ, ਮੱਧਿਕਾ ਕਿਵੇਂ ਪਤਾ ਕਰੀਏ। ਹੁਣ ਧਿਆਨ ਨਾਲ ਦੇਖਿਓ ਬੇਟਾ, ਸਾਨੂੰ ਹਮੇਸ਼ਾ ਦੀ ਤਰ੍ਹਾਂ ਇੱਕ ਕਲਾਸ ਇੰਟਰਵਲ ਤੇ ਇੱਕ ਫ੍ਰੀਕੁਐਂਸੀ ਦਿੱਤੀ ਹੁੰਦੀ ਹੈ, ਜਿਸ ਨੂੰ ਅਸੀਂ ਟੇਬਲ ਦੇ ਵਿੱਚ ਇਸ ਤਰ੍ਹਾਂ ਲਿਖ ਲਿਆ ਹੈ। ਹੁਣ ਮੱਧਿਕਾ ਪਤਾ ਕਰਨ ਲਈ ਸਭ ਤੋਂ ਪਹਿਲਾਂ ਮੱਧਿਕਾ ਦਾ ਫਾਰਮੂਲੇ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਬੇਟਾ। ਹੁਣ ਮੱਧਿਕਾ ਦਾ ਫਾਰਮੂਲਾ ਦੇਖੋ ਕੀ ਹੁੰਦਾ ਹੈ। ਮੀਡੀਅਨ ਦਾ ਐਮ ਦਾ ਫਾਰਮੂਲਾ ਕੀ ਹੁੰਦਾ ਹੈ? L ਜਮਾ N/2 ਮਾਈਨਸ CF ਬਟਾ F। ਬਟਾ ਦੇਖੋ ਸਿਰਫ N/2 ਦੇ ਨਾਲ ਹੀ ਹੈ, ਗੁਣਾ H। ਬਸ ਇੰਨਾ ਜਿਹਾ ਫਾਰਮੂਲਾ ਇੱਕ ਯਾਦ ਕਰਨ ਦੀ ਲੋੜ ਹੈ। L ਜਮਾ N/2 ਮਾਈਨਸ CF ਬਟਾ F ਗੁਣਾ H। ਹੁਣ ਮੈਂ ਦੱਸੂੰਗਾ ਇਹ ਸਾਰੀ ਵੈਲਿਊਜ਼ ਕਿਵੇਂ ਕੱਢੀ ਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ F ਦਾ ਜੋੜ ਤੁਹਾਨੂੰ ਦਿੱਤਾ ਹੁੰਦਾ ਹੈ। ਜੇ ਨਾ ਦਿੱਤਾ ਹੋਵੇ ਤਾਂ ਤੁਸੀਂ ਉਸ ਨੂੰ ਜੋੜ ਕਰ ਲੈਣਾ ਹੈ। ਤੁਹਾਡੇ ਕੋਲੋਂ 30 ਆਊਗਾ, ਇਹ ਅਸੀਂ ਜੋੜ ਕਰਕੇ ਦੇਖ ਲਿਆ ਹੈ, ਸਾਨੂੰ ਸਵਾਲ ਦੇ ਵਿੱਚ ਵੀ ਦਿੱਤਾ ਗਿਆ ਸੀਗਾ। ਹੁਣ ਸਭ ਤੋਂ ਪਹਿਲਾਂ ਸਾਨੂੰ ਕੀ ਕੱਢਣਾ ਹੁੰਦਾ ਬੇਟਾ? CF। ਇਸ ਗੱਲ ਦਾ ਧਿਆਨ ਰੱਖਿਓ। CF ਦਾ ਫੁੱਲ ਨੇਮ ਹੈ ਕਿਊਮੂਲੇਟਿਵ ਫ੍ਰੀਕੁਐਂਸੀ, ਜਿਸ ਨੂੰ ਅਸੀਂ ਪੰਜਾਬੀ ਵਿੱਚ ਸੰਚਵੀਂ ਬਾਰੰਬਾਰਤਾ ਬੋਲਦੇ ਹਾਂ। ਇਸ ਗੱਲ ਦਾ ਧਿਆਨ ਰੱਖਣਾ ਹੈ। CF ਕੀ ਹੁੰਦੀ ਹੈ? ਸੰਚਵੀਂ ਬਾਰੰਬਾਰਤਾ, ਕਿਊਮੂਲੇਟਿਵ ਫ੍ਰੀਕੁਐਂਸੀ। ਤੇ ਅਸੀਂ ਹੁਣ ਸੰਚਵੀ ਬਾਰੰਬਾਰਤਾ ਕਿੱਦਾਂ ਪਤਾ ਕਰਦੇ ਹਾਂ? ਧਿਆਨ ਰੱਖਣਾ। F ਦਾ ਪਹਿਲਾ ਅੱਖਰ ਸੇਮ ਲਿਖਣਾ ਹੁੰਦਾ ਹੈ, 2 ਲਿਖ ਲਿਆ ਹੈ ਦੇਖੋ ਤੁਸੀਂ ਧਿਆਨ ਨਾਲ। ਹੁਣ ਉਹਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਹੈ? ਅਗਲੀ ਰਕਮ ਨੂੰ ਜੋੜਨਾ ਹੁੰਦਾ ਹੈ। 2 ਜਮਾ 3 ਕਿੰਨੇ ਹੋ ਗਏ? 5। ਬਿਲਕੁਲ ਸਹੀ ਦੱਸਿਆ। ਹੁਣ 5 ਵਿੱਚ ਅਗਲੀ ਰਕਮ ਨੂੰ ਜੋੜਨਾ ਹੁੰਦਾ ਹੈ। 5 ਤੇ 8 ਮਿਲ ਕੇ 13 ਬਣ ਗਏ। 13 ਦੇ ਵਿੱਚ 6 ਜੋੜੇ 19 ਆ ਗਏ। ਸਮਝ ਲੱਗ ਰਹੀ ਹੈ? 19 ਵਿੱਚ 6 ਜੋੜੇ 25 ਆ ਗਏ। 25 ਤੇ 3 28, 28 ਵਿੱਚ 2 ਜੋੜੇ 33 ਆ ਗਏ। ਇਸ ਤਰੀਕੇ ਨਾਲ ਸੰਚਵੀ ਬਾਰੰਬਾਰਤਾ ਬਣਦੀ ਹੈ। ਕਿੱਦਾਂ? ਪਹਿਲਾ ਅੱਖਰ ਹਮੇਸ਼ਾ ਸੇਮ ਆਉਂਦਾ ਹੈ, ਫਿਰ 2 ਜਮਾ 3 5, 5 ਜਮਾ 8 13 ਜਮਾ 6 19, 19 ਜਮਾ 6 25, 25 ਜਮਾ 3 28, 28 ਜਮਾ 2 30। ਇਹ ਹੋਈ ਸਾਡੀ ਸੰਚਵੀ ਬਾਰੰਬਾਰਤਾ। ਹੁਣ ਜਿਹੜਾ ਸਾਡੇ ਕੋਲ F ਦਾ ਜੋੜ ਆਉਂਦਾ ਹੈ, ਇਸ ਨੂੰ ਅਸੀਂ ਬੋਲਦੇ ਹਾਂ N। ਠੀਕ ਹੈ, ਕੀ ਬੋਲਦੇ ਹਾਂ? N। ਇਸ ਦਾ ਮਤਲਬ ਸਾਡੇ ਕੋਲ N ਦਾ ਮੁੱਲ ਕਿੰਨਾ ਆ ਗਿਆ ਹੈ? 30 ਆ ਗਿਆ ਹੈ, ਪਰ ਸਾਨੂੰ ਤਾਂ N/2 ਚਾਹੀਦਾ ਹੈ। ਇਸ ਕਰਕੇ ਅਸੀਂ N/2 ਦਾ ਮੁੱਲ ਕੱਢਾਂਗੇ। 30 ਦਾ ਅੱਧਾ ਕਿੰਨਾ ਹੁੰਦਾ ਹੈ? 15। ਤੇ ਅਸੀਂ N/2 ਦਾ ਮੁੱਲ 15 ਪਤਾ ਕਰ ਲਿਆ ਹੈ। ਹੁਣ ਅਸੀਂ ਕਿੱਦਾਂ ਕਰਨਾ ਹੈ ਬੇਟਾ? ਹੁਣ ਜਿਹੜਾ ਤੁਸੀਂ N/2 ਦਾ ਮੁੱਲ ਪਤਾ ਕੀਤਾ ਹੈ, ਉਸ N/2 ਦੇ ਮੁੱਲ ਨੂੰ CF ਦੇ ਵਿੱਚ ਲੱਭਣਾ ਹੈ ਤੁਸੀਂ, CF ਵਿੱਚ। ਠੀਕ ਹੈ, ਇਸ 15 ਨੂੰ ਕਿਹਦੇ ਵਿੱਚ ਲੱਗਣਾ ਹੈ? CF ਵਿੱਚ ਲੱਭਣਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਹੀ ਨਹੀਂ ਤਾਂ ਉਸ ਤੋਂ ਅਗਲਾ ਕੋਈ ਲੱਭ ਜੇ। 15 ਤੋਂ ਬਾਅਦ ਦੀ ਗਿਣਤੀ ਦਾ 19 ਲੱਭ ਗਿਆ। ਇਸ 19 ਨੂੰ ਬੇਟਾ ਅਸੀਂ ਹਾਈਲਾਈਟ ਕਰ ਲੈਣਾ। ਇਸ ਪੂਰੇ 19 ਵਾਲੇ ਡੱਬੇ ਨੂੰ ਜਿੱਦਾਂ ਅਸੀਂ ਬਹੁਲਕ ਦੇ ਵਿੱਚ ਹਾਈਲਾਈਟ ਕਰਦੇ ਸੀ, ਸਭ ਤੋਂ ਵੱਡਾ F, ਇਹਦੇ ਵਿੱਚ N/2 ਜੋ ਆਉਂਦਾ ਹੈ ਉਸ ਨੂੰ CF ਦੇ ਵਿੱਚ ਨਹੀਂ ਲੱਭਦਾ ਤਾਂ ਉਸ ਤੋਂ ਅਗਲਾ ਅੱਖਰ ਲੈ ਕੇ ਉਸ ਨੂੰ ਹਾਈਲਾਈਟ ਕਰਨਾ ਹੁੰਦਾ ਹੈ। ਦੇਖੋ ਬੇਟਾ ਅਸੀਂ ਹਾਈਲਾਈਟ ਕਰ ਲਿਆ ਹੈ। ਹੁਣ ਇਸ ਹਾਈਲਾਈਟ ਤੋਂ ਸਾਨੂੰ ਕੀ ਮਿਲਦਾ? ਧਿਆਨ ਨਾਲ ਦੇਖਣਾ ਹੈ। ਸਾਨੂੰ F ਮਿਲਦਾ ਹੈ। ਜੋ F ਇਸ ਹਾਈਲਾਈਟ ਦੇ ਵਿੱਚ ਹੈ ਉਹੀ F ਸਾਡਾ F ਹੁੰਦਾ ਹੈ। ਇਹ ਸਾਡਾ ਹੁੰਦਾ ਹੈ ਮੀਡੀਅਨ ਕਲਾਸ, ਜਿਸ ਦੀ ਪਹਿਲੀ ਰਕਮ ਨੂੰ ਅਸੀਂ L ਬੋਲਦੇ ਹਾਂ, ਜਿੱਦਾਂ ਕਿ ਮੋਡ ਵਿੱਚ ਬੋਲਦੇ ਸੀਗੇ। L ਵੀ ਸਾਨੂੰ 55 ਮਿਲ ਚੁੱਕਾ ਹੈ, ਪਰ CF ਹਾਈਲਾਈਟ ਵਾਲਾ ਨਹੀਂ ਲੈਣਾ ਹੁੰਦਾ। CF ਇਸ ਤੋਂ ਉੱਪਰਲਾ ਲੈਣਾ ਹੁੰਦਾ ਹੈ। ਇਸ ਗੱਲ ਦਾ ਯਾਦ ਰੱਖਿਓ, ਬਟ ਇਹ ਗਲਤੀ ਨਾ ਹੋਵੇ ਤੁਹਾਡੇ ਤੋਂ ਕਿ CF ਗਲਤ ਲੈ ਜਾਵੇ। ਤੇ H ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ H ਹੁੰਦਾ ਹੈ ਇਹਨਾਂ ਦਾ ਗੈਪ, ਅੰਤਰ 5। ਤੇ ਇਸ ਤਰ੍ਹਾਂ ਤੁਸੀਂ ਸਾਰੀ ਵੈਲਿਊਜ਼ ਦਾ ਪਤਾ ਲਗਾ ਲਿਆ ਹੈ। F ਦੇ ਜੋੜ ਨੂੰ ਅਸੀਂ N ਬੋਲਦੇ ਹਾਂ। N ਦਾ ਅੱਧਾ 15, ਉਸ ਨੂੰ ਕਿਹਦੇ ਵਿੱਚ ਲੱਭਣਾ ਹੈ? CF ਵਿੱਚ ਲੱਭਣਾ ਹੈ। ਜੇ ਨਹੀਂ ਲੱਭਦਾ ਤੇ ਉਸ ਤੋਂ ਵੱਡਾ ਅੱਖਰ ਲੱਭਣਾ ਹੈ। 15 ਤੋਂ ਵੱਡਾ ਅੱਖਰ ਸਾਡੇ ਕੋਲ 19 ਵੀ ਹੈ, 25 ਵੀ ਹੈ, ਪਰ 15 ਤੋਂ ਜਸਟ ਵੱਡਾ 19 ਹੈ ਤੇ ਉਸ ਨੂੰ ਹਾਈਲਾਈਟ ਕਰ ਲੈਣਾ ਹੈ।
उस हाईलाइट तो याद रखना है कि ਜਿਹੜੇ ਤੁਹਾਡਾ ਮੀਡੀਅਨ ਕਲਾਸ ਹੈ, ਜਿਹੜੀ ਸੀ ਕਲਾਸ ਇੰਟਰਵਲ ਹੈ, ਉਹਦਾ ਪਹਿਲਾ ਅੱਖਰ ਸਾਡਾ ਐਲ ਹੁੰਦਾ ਹੈ। ਹਾਈਲਾਈਟ ਐਫ ਹੀ ਮੰਨਿਆ ਜਾਏਗਾ, ਪਰ ਹਾਈਲਾਈਟ ਸੀ ਐਫ ਨਹੀਂ ਮੰਨਿਆ ਜਾਏਗਾ। ਇਸ ਨੂੰ ਨਹੀਂ ਲੈਣਾ ਹੈ, ਅਸੀਂ ਇਸ ਤੋਂ ਉੱਪਰ ਵਾਲੇ ਨੂੰ ਲੈਣਾ ਹੈ। ਹੁਣ ਅਸੀਂ ਫਾਰਮੂਲਾ ਲਿਖ ਚੁੱਕੇ ਹਾਂ, ਇਸ ਫਾਰਮੂਲੇ ਦੇ ਸਾਰੇ ਵੈਲਿਊਜ਼ ਭਰਨ ਜਾ ਰਹੇ ਹਾਂ। ਧਿਆਨ ਨਾਲ ਦੇਖਿਓ। ਹੁਣ ਐਲ ਸਾਡੇ ਕੋਲ ਕਿੰਨਾ ਆਇਆ, ਤੁਸੀਂ ਦੇਖ ਸਕਦੇ ਹੋ ਬੇਟਾ, ਸਾਡੇ ਕੋਲ ਐਲ ਆਇਆ ਹੈ 55 ਜਮਾ n/2 15 ਹੈ ਸਾਡੇ ਕੋਲ, ਮਾਈਨਸ ਸੀ ਐਫ ਸਾਡੇ ਕੋਲ 13 ਆਇਆ ਹੈ ਬਟਾ। ਧਿਆਨ ਰੱਖਣਾ ਇਹ ਲਾਈਨ ਜਿਹੜੀ ਬਟੇ ਦੀ ਹੈ ਸਿਰਫ n/2 ਤੇ ਸੀ ਐਫ ਦੇ ਉੱਤੇ ਹੱਲੇ ਹੋਣੀ ਚਾਹੀਦੀ ਹੈ। ਤੇ ਐਫ ਤੁਹਾਡੇ ਕੋਲ ਆਇਆ ਹੈ 6 ਗੁਣਾ ਐਚ ਤੁਹਾਡੇ ਕੋਲ 5 ਹੈ। ਇਸ ਤਰ੍ਹਾਂ ਅਸੀਂ ਵੈਲਿਊਜ਼ ਭਰ ਲਈਆਂ ਨੇ। 55 ਦਾ ਤਾਂ 55 ਆਇਆ ਹੈ ਜਮਾ 15 ਦੇ ਵਿੱਚ 13 2 ਨੂੰ ਅਸੀਂ ਗੁਣਾ ਕਰਨੀ ਹੈ 5 ਨਾਲ ਬਟਾ 6 ਤੇ ਇਹ ਆ ਗਿਆ ਹੈ 55 ਜਮਾ 2 ਨਾਲ ਅਸੀਂ 6 ਨੂੰ ਕੱਟ ਦਈਏ ਤਾਂ 5/3 ਬਚਦਾ ਹੈ ਬੇਟਾ। ਇਹਦੇ ਥੱਲੇ 1 ਲੱਗ ਗਿਆ ਹੈ। 3 × 3 165 ਜਮਾ 5 170/3 ਬੇਟਾ ਸਾਡਾ ਇਸ ਸਵਾਲ ਦਾ ਆਨਸਰ ਆ ਗਿਆ ਹੈ, ਜਿਸ ਨੂੰ ਅਸੀਂ ਭਾਗ ਕਰਾਂਗੇ। 170 ਨੂੰ ਅਸੀਂ 3 ਨਾਲ ਭਾਗ ਕਰਨ ਜਾ ਰਹੇ ਹਾਂ। ਧਿਆਨ ਨਾਲ ਦੇਖਿਓ। 3 × 5 = 15 ਬਕਾਇਆ 2 ਉੱਪਰੋਂ 0 ਉਤਰ ਗਿਆ। 6 × 3 = 18 ਬਕਾਇਆ 2 ਉੱਪਰੋਂ 0 ਉਤਰ ਗਿਆ, ਦਸ਼ਮਲਵ ਲੱਗ ਗਿਆ। फिर 6 × 3 = 18 ਦਾ ਸਾਡਾ ਆਨਸਰ ਕਿੰਨਾ ਆ ਗਿਆ 56.6 ਸਾਡਾ ਇਸ ਸਵਾਲ ਦਾ ਆਨਸਰ ਆ ਗਿਆ, ਜੋ ਕਿ ਸਾਡਾ ਮੱਧਿਕਾ ਜਾਂ ਮੀਡੀਅਨ ਕੱਢਣ ਦਾ ਤਰੀਕਾ ਹੈ। ਬਹੁਤ ਹੀ ਸੌਖੇ ਢੰਗ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਧਿਆਨ ਨਾਲ ਦੇਖਣਾ ਹੈ। ਇੱਕ ਵਾਰੀ ਦੁਬਾਰਾ ਸਮਝਾ ਰਹੇ ਹਾਂ ਕਿ ਸਭ ਤੋਂ ਪਹਿਲਾਂ ਸੀ ਐਫ ਕਿੱਦਾਂ ਕੱਢਣਾ ਹੈ। ਪਹਿਲਾ ਅੱਖਰ ਸੇਮ ਲਿਖ ਕੇ ਉਹਦੇ ਵਿੱਚ ਅਗਲਾ ਜੋੜਨਾ ਹੈ। 5 ਵਿੱਚ 8 ਜੋੜਨੇ ਨੇ, 13 ਦੇ ਵਿੱਚ 6 ਜੋੜਨੇ ਨੇ, 19 ਵਿੱਚ 6 ਜੋੜਨੇ ਨੇ, 25 ਚ 3 ਜੋੜੇ, 28 ਦੇ ਵਿੱਚ 2 ਜੋੜੇ, 30। ਹੁਣ ਜਿਹੜਾ ਤੁਹਾਡੇ ਕੋਲ ਐਫ ਦਾ ਜੋੜ ਜਾਂ ਸੀ ਐਫ ਦਾ ਅਖੀਰਲਾ ਅੱਖਰ ਹੁੰਦਾ ਹੈ ਸੇਮ ਹੁੰਦੇ ਨੇ ਬੇਟਾ ਹਮੇਸ਼ਾ। ਜੇ ਸੇਮ ਨਾ ਹੋਵੇ ਤਾਂ ਤੁਸੀਂ ਗਲਤ ਕੀਤਾ ਹੈ। ਸੀ ਐਫ ਦੁਬਾਰਾ ਕੱਢੋ। ਜੋ ਵੀ ਤੁਹਾਡਾ ਐਫ ਦਾ ਜੋੜ ਹੈ ਉਸਨੂੰ ਐਨ ਮੰਨਦੇ ਹੋਏ ਉਸਦਾ ਅੱਧਾ ਕਰਨਾ ਹੈ ਅਤੇ ਉਸਨੂੰ ਸੀ ਐਫ ਵਿੱਚ ਲੱਭਣਾ ਹੈ। ਸੀ ਐਫ ਵਿੱਚ ਜੇ ਉਹ ਐਗਜ਼ੈਕਟ ਲੱਭ ਗਿਆ ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ। ਜੇ ਨਹੀਂ ਲੱਭਿਆ ਤਾਂ ਉਸ ਤੋਂ ਵੱਡਾ ਅੱਖਰ ਨੂੰ ਹਾਈਲਾਈਟ ਕਰ ਲੈਣਾ ਹੈ। ਹਾਈਲਾਈਟ ਦੇ ਵਿੱਚ ਬੇਟਾ ਐਲ ਅਤੇ ਐਫ ਲੈਣਾ ਹੈ, ਸੀ ਐਫ ਉਸ ਤੋਂ ਉੱਪਰਲਾ ਅਤੇ ਐਚ ਇਹਦਾ ਗੈਪ। ਅਤੇ ਫਾਰਮੂਲਾ ਤੁਸੀਂ ਯਾਦ ਕਰ ਲੈਣਾ ਹੈ, ਉਹਦੇ ਵਿੱਚ ਵੈਲਿਊਜ਼ ਭਰਨਾ ਹੈ ਅਤੇ ਉਸਨੂੰ ਹੱਲ ਕਰ ਲੈਣਾ ਹੈ। ਹੁਣ ਆਪਾਂ ਇਸ ਦਾ ਇੱਕ ਸਵਾਲ ਕਰਨ ਲੱਗੇ ਹਾਂ, ਜਿਹਦੇ ਵਿੱਚ ਅਸੀਂ ਮੱਧਮਾਨ, ਮੱਧਿਕਾ, ਬਹੁਲਕ ਤਿੰਨੋਂ ਕੱਢਾਂਗੇ, ਜਿਸ ਨਾਲ ਤੁਹਾਡੀ ਪੂਰੀ ਰਿਵੀਜ਼ਨ ਹੋਵੇਗੀ। ਧਿਆਨ ਨਾਲ ਦੇਖਿਓ। ਹੁਣ ਬੇਟਾ 14.3 ਅਭਿਆਸ ਦਾ ਪਹਿਲਾ ਸਵਾਲ ਹੈ, ਜਿਸ ਸਵਾਲ ਵਿੱਚ ਸਾਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ ਆંકੜਿਆਂ ਦੀ ਮੱਧਿਕਾ, ਮੱਧਮਾਨ ਤੇ ਬਹੁਲਕ ਤਿੰਨੇ ਪਤਾ ਕਰਨੇ ਨੇ। ਫਾਈਂਡ ਦਾ ਮੀਡੀਅਨ, ਮੀਨ ਐਂਡ ਮੋਡ ਆਫ ਦਾ ਡਾਟਾ ਐਂਡ ਕੰਪੇਅਰ ਦੈਮ। ਅਸੀਂ ਟੇਬਲ ਲਿਖ ਲਿਆ ਹੈ। ਇਸ ਟੇਬਲ ਨੂੰ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਦੇਖੋ ਧਿਆਨ ਨਾਲ। ਅਸੀਂ ਮੱਧਮਾਨ, ਬਹੁਲਕ ਤੇ ਮੱਧਿਕਾ ਪਤਾ ਕਰਨ ਲਈ 3 ਟੇਬਲ ਵੀ ਬਣਾ ਲਏ ਹਨ ਅਤੇ ਕੁਐਸਚਨ ਦੇ ਵਿੱਚੋਂ ਸੀ ਆਈ ਅਤੇ ਐਫ ਭਰ ਚੁੱਕੇ ਹਾਂ। ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੁਣ ਮੱਧਮਾਨ ਪਤਾ ਕਰਨ ਲਈ ਤੁਸੀਂ ਜਾਣਦੇ ਹੋ ਸਾਰੇ, ਸਭ ਤੋਂ ਪਹਿਲਾਂ ਸਾਨੂੰ ਐਕਸ ਕੱਢਣਾ ਹੁੰਦਾ ਹੈ। ਜੋ ਕਿਵੇਂ ਕੱਢਦੇ ਹਾਂ, ਇਹਨਾਂ ਦੋਨਾਂ ਦੇ ਜੋੜ ਦਾ ਅੱਧਾ ਜਾਂ ਇਹਨਾਂ ਦੋਨਾਂ ਦੇ ਅੰਤਰ ਦੇ ਅੱਧੇ ਨੂੰ ਇਹਦੇ ਵਿੱਚ ਜੋੜ ਕੇ। ਹੁਣ ਇਹਨਾਂ ਦੇ ਦੋਨੇ ਦੇ ਵਿੱਚ 20 ਦਾ ਅੰਤਰ ਹੈ। ਤੁਸੀਂ ਦੇਖ ਸਕਦੇ ਹੋ 65 ਤੋਂ 85 ਦੇ ਵਿੱਚ 20 ਰੁਪਏ ਪਲੱਸ ਕੀਤੇ ਗਏ ਨੇ। 20 ਦਾ 10 ਵਿੱਚ 65 ਜੋੜੇ ਤਾਂ 75 ਆ ਗਿਆ ਹੈ ਤੁਹਾਡੇ ਕੋਲ ਪਹਿਲਾ ਐਕਸ 75। ਤੁਸੀਂ ਦੇਖ ਸਕਦੇ ਹੋ ਬੇਟਾ 75 ਆ ਗਿਆ ਹੈ। ਜੇ ਆਪਾਂ ਇਹਨੂੰ ਜੋੜ ਕੇ ਦੇਖੀਏ 65 ਜਮਾ 85 ਬਟਾ 2 ਕਰੀਏ ਤਾਂ 150 ਦਾ ਅੱਧਾ 75 ਹੁੰਦਾ ਹੈ। ਹੁਣ 75 ਦੇ ਵਿੱਚ ਅਸੀਂ ਕੀ ਜੋੜਾਂਗੇ, ਇਹਨਾਂ ਦਾ ਅੰਤਰ ਦੇਖੋ 20 ਹੈ ਅਤੇ 75 ਦੇ ਵਿੱਚ ਅਸੀਂ 20 ਜੋੜਦੇ ਹਾਂ ਤਾਂ ਸਾਡੇ ਕੋਲ 5 ਅਤੇ 9 95 ਪ੍ਰਾਪਤ ਹੁੰਦਾ ਹੈ। ਅਸੀਂ ਇੱਥੇ 95 ਲਿਖਾਂਗੇ। ਫਿਰ 20 ਜੋੜਾਂਗੇ ਬੇਟਾ 95 ਦੇ ਵਿੱਚ, 5 ਤਾਂ 5 ਆ ਗਿਆ, 9 ਤੇ 2 11 115। ਫਿਰ 20 ਜੋੜਾਂਗੇ, 5 3 1 135। ਫਿਰ 20 ਜੋੜਾਂਗੇ 155। ਫਿਰ 20 ਜੋੜਾਂਗੇ 175। ਫਿਰ 20 ਜੋੜਾਂਗੇ 195। ਇਸ ਤਰ੍ਹਾਂ ਅਸੀਂ ਐਕਸ ਦਾ ਮੁੱਲ ਪਤਾ ਕੀਤਾ ਹੈ। ਹੁਣ ਆਪਾਂ ਗੁਣਾ ਕਰਨੀ ਹੈ ਬੇਟਾ। ਦੇਖੋ 75 ਨੂੰ ਅਸੀਂ ਸਭ ਤੋਂ ਪਹਿਲਾਂ 4 ਨਾਲ ਗੁਣਾ ਕਰਨ ਜਾ ਰਹੇ ਹਾਂ। ਧਿਆਨ ਨਾਲ ਦੇਖਣਾ ਸਾਰਿਆਂ ਨੂੰ। 75 ਨੂੰ ਅਸੀਂ 4 ਨਾਲ ਗੁਣਾ ਕਰਾਂਗੇ। 5 ਚੌਕਾ 20, 0 ਪਰ 2, 7 ਚੌਕਾ 28 ਤੇ 2 30। ਸਾਡੇ ਕੋਲ 300 ਆਇਆ ਹੈ ਬੇਟਾ, ਅਸੀਂ 300 ਲਿਖ ਲਿਆ ਹੈ। 95 ਨੂੰ 5 ਨਾਲ ਗੁਣਾ ਕਰਨੀ ਹੈ। 95 ਨੂੰ 5 ਨਾਲ ਗੁਣਾ ਕੀਤੀ, 5 5 25, 5 ਉੱਪਰ 2, 9 5 45 ਤੇ 2 47, 475 ਆਇਆ ਹੈ ਬੇਟਾ ਆਪਣੇ ਕੋਲ। 115 ਨੂੰ ਅਸੀਂ 13 ਨਾਲ ਗੁਣਾ ਕਰਾਂਗੇ। 5 ਦੀ 15, 5 ਉੱਪਰ 1, 3 × 3 ਤੇ 1 4, 3 × 3 115, 5 9 4 1 1495 ਸਾਡੇ ਕੋਲ ਆਇਆ ਹੈ। 135 ਨੂੰ ਅਸੀਂ 20 ਨਾਲ ਗੁਣਾ ਕਰਾਂਗੇ। 0 0 0
072 2700 आया है बेटा साढ़े कोल। 155 ਨੂੰ ਅਸੀਂ 14 ਨਾਲ ਗੁਣਾ ਕਰਨ ਲੱਗੇ ਹਾਂ। 5 ਚੌਕਾ 20, 0 ਉੱਪਰ 2, 5 ਚੌਕਾ 20 ਤੇ 2 22, 2 ਉੱਪਰ 2, 4 ਏਕਮ 4, 5 6, 5 5 ਤੇ 1 0 7 1 2170। 175 ਨੂੰ ਅਸੀਂ 8 ਨਾਲ ਗੁਣਾ ਕਰਨ ਜਾ ਰਹੇ ਹਾਂ। 8 5 40, 0 ਉੱਪਰ 4, 8 7 56, 57 58 59 60, 0 ਉੱਪਰ 6, 8 ਏਕਮ 8 ਤੇ 6 14, 1400 ਸਾਡੇ ਕੋਲ ਆਇਆ ਹੈ बेटा। 195 ਨੂੰ ਅਸੀਂ 4 ਨਾਲ ਗੁਣਾ ਕਰਾਂਗੇ। 0 ਉੱਪਰ 2, 9 ਚੌਕਾ 36 37 38, 8 ਉੱਪਰ 3, 4 ਤੇ 3 7, 780 ਸਾਨੂੰ ਪ੍ਰਾਪਤ ਹੋਇਆ बेटा। ਹੁਣ ਜੋੜਾਂਗੇ, ਦੇਖੋ 0 5 5 10, 0 ਉੱਪਰ 1, 8 ਤੇ 9 17, 17 ਤੇ 7 24 ਤੇ 8 32, 2 ਉੱਪਰ 3 3 6 ਤੇ 4 10 ਤੇ 4 14, 14 ਤੇ 8 32, 33 ਤੇ 43, 3 ਉੱਪਰ 4 5 6 7 8 9 10, 10,320 ਆਇਆ ਸਾਡੇ ਕੋਲ बेटा। ਤੇ ਟੋਟਲ ਸਾਡੇ ਕੋਲ 68 ਸੀਗਾ। ਧਿਆਨ ਨਾਲ ਦੇਖਣਾ ਤੁਸੀਂ ਸਾਰਿਆਂ ਨੇ बेटा। जोड़ के 3 4 5 6 7 8 9 9320 प्राप्त होने ਸੀਗੇ। ਇਸ ਤਰ੍ਹਾਂ ਸਾਡਾ ਆਨਸਰ ਜਿਹੜਾ ਆ ਗਿਆ ਹੈ ਮੱਧਮਾਨ ਦਾ, ਉਹ 9320 ਬਟਾ 68 ਆਏਗਾ बेटा। ਧਿਆਨ ਨਾਲ ਦੇਖੋ, FX 9320 ਹੈ ਬਟਾ 68। ਹੁਣ ਅਸੀਂ 9320 ਨੂੰ 68 ਨਾਲ ਭਾਗ ਕਰਨ ਜਾ ਰਹੇ ਹਾਂ, ਤੇ ਅਸੀਂ 9320 ਲਿਖਾਂਗੇ ਤੇ ਉਸ ਨੂੰ 68 ਨਾਲ ਭਾਗ ਕਰਨ ਜਾ ਰਹੇ ਹਾਂ। 68 ਏਕਮ 68, ਬਕਾਇਆ ਸਾਡੇ ਕੋਲ ਬਚੇ ਨੇ 5 13 ਦੇ ਵਿੱਚੋਂ, ਤੇ 2 ਉੱਪਰ ਉਤਾਰ ਲਿਆ 2। 68 ਨੂੰ ਅਸੀਂ ਗੁਣਾ ਕਰਾਂਗੇ 3 ਨਾਲ। 8 ਤੇ 24, 4 ਉੱਪਰ 2, 6 ਤੇ 18 19 20 204, ਬਕਾਇਆ ਸਾਡੇ ਕੋਲ ਬਚ ਗਏ ਨੇ 8 ਤੇ 48, ਉੱਪਰ ਉਤਾਰ ਲਿਆ ਹੈ 0। ਹੁਣ 68 ਨੂੰ ਅਸੀਂ ਗੁਣਾ ਕਰਾਂਗੇ 7 ਨਾਲ। 855, 6 ਉੱਪਰ 5, 7 6 42 ਤੇ 5 47, 476 ਆਇਆ ਸਾਡੇ ਕੋਲ 7 ਦੇ ਨਾਲ। ਬਕਾਇਆ ਬਚਿਆ 4 ਦਸ਼ਮਲਵ ਦਾ ਸਾਨੂੰ ਇੱਕ 0 ਮਿਲ ਗਿਆ ਹੈ। 40 ਛੋਟਾ ਹੈ, ਇੱਕ 0 ਲਗਾ ਕੇ ਇੱਕ ਹੋਰ 0 ਲਾ ਲੈਂਦੇ ਅਸੀਂ। 400 ਤੇ 400 ਦੇ ਨੇੜੇ ਸਾਡੇ ਕੋਲ 6 ਤੇ ਜਾਏਗਾ, ਕਿਉਂਕਿ 7 ਤੇ 476 ਸੀਗਾ। ਇਹ ਤਾਂ 137.06 ਸਾਡਾ ਇਸ ਸਵਾਲ ਦਾ ਆਂਸਰ ਹੋਏਗਾ। ਤੇ ਅਸੀਂ ਲਿਖ ਦਿੰਦੇ ਹਾਂ 137.06 ਸਾਡਾ ਇਸ ਸਵਾਲ ਦਾ ਮੀਨ ਮੱਧਮਾਨ ਹੋਵੇਗਾ। ਉਮੀਦ ਕਰ ਰਿਹਾ ਤੁਹਾਨੂੰ ਸਮਝ ਆਈ ਹੋਏਗੀ। ਇਹਦੇ ਵਿੱਚ ਬੇਟਾ ਕੈਲਕੂਲੇਸ਼ਨ ਥੋੜੀ ਜ਼ਿਆਦਾ ਹੋ ਗਈਆਂ, ਤੁਸੀਂ ਦੇਖ ਸਕਦੇ ਹੋ, ਪਰ ਜੇਕਰ ਤੁਸੀਂ ਇੱਥੇ ਪਦ ਵਿਚਲਨ ਵਿਧੀ ਲਗਾਉਂਦੇ ਤਾਂ ਬਹੁਤ ਹੀ ਸੌਖੇ ਢੰਗ ਨਾਲ ਹੋ ਸਕਦਾ ਸੀਗਾ। ਹੁਣ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਸਵਾਲ ਨੂੰ ਪਦ ਵਿਚਲਨ ਵਿਧੀ ਲਗਾ ਕੇ ਵੀ ਚੈੱਕ ਕਰੋਗੇ ਕਿ ਤੁਹਾਡੇ ਤੋਂ ਜਲਦੀ ਹੋਇਆ ਜਾਂ ਡਾਇਰੈਕਟ ਮੈਥਡ ਨਾਲ ਜਲਦੀ ਹੋਇਆ। ਹੁਣ ਆਪਾਂ ਇਸੇ ਸਵਾਲ ਦਾ ਬਹੁਲਕ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਬੇਟਾ ਇਸ ਸਵਾਲ ਲਈ ਬਹੁਲਕ ਲਈ ਵੀ ਅਸੀਂ ਸਾਰੀ ਕੰਡੀਸ਼ਨਸ ਲਿਖੀਆਂ ਹੋਈਆਂ ਨੇ। ਸਭ ਤੋਂ ਵੱਡਾ ਐਫ ਜਿਹੜਾ ਸਾਡੇ ਕੋਲ 20 ਹੈ, ਤੁਸੀਂ ਦੇਖ ਸਕਦੇ ਹੋ, ਤੇ ਉਸ ਨੂੰ ਅਸੀਂ F1 ਬੋਲਦੇ ਹਾਂ। ਉਸ ਤੋਂ ਬਾਅਦ F2 ਤੇ ਉਸ ਤੋਂ ਪਹਿਲਾਂ F0, ਯਾਦ ਆ ਨਾ ਤੁਹਾਨੂੰ। ਤੇ ਜਿਹੜਾ ਇਹ ਤੁਹਾਡੇ ਕੋਲ F1 ਹੈ, ਇਸ ਨੂੰ ਪੂਰੇ ਨੂੰ ਆਪਾਂ ਹਾਈਲਾਈਟ ਕਰ ਦਿੰਦੇ ਹਾਂ। ਤੇ 125 ਸਾਡਾ L ਦਾ ਕੰਮ ਕਰਦਾ ਹੈ। ਹੁਣ ਤੁਹਾਨੂੰ ਸਾਰਾ ਪਤਾ ਲੱਗ ਚੁੱਕਾ ਹੈ ਕਿ ਤੁਹਾਡਾ F ਨੂੰ 13 ਆਇਆ ਹੈ, F1 20 ਆ ਗਿਆ ਹੈ, F2 14 ਆ ਚੁੱਕਾ ਹੈ, H ਤੁਹਾਡੇ ਕੋਲ ਗੈਪ 20 ਦਾ ਹੈ, ਤੇ L ਤੁਹਾਡੇ ਕੋਲ 125 ਆਇਆ ਹੈ। ਫਾਰਮੂਲਾ ਤੁਸੀਂ ਹੁਣ ਲਿਖ ਚੁੱਕੇ ਹੋ। ਇਸ ਫਾਰਮੂਲੇ ਦੀ ਵੀ ਸਾਰੀ ਵੈਲਿਊਜ਼ ਨੂੰ ਅਸੀਂ ਭਰਾਂਗੇ। L ਤੁਹਾਡੇ ਕੋਲ ਹੈ ਬੇਟਾ 125 ਜਮਾ F1 ਤੁਹਾਡੇ ਕੋਲ 20 ਹੈ, F0 ਤੁਹਾਡੇ ਕੋਲ 13 ਹੈ ਬਟਾ F1 ਨੂੰ 2 ਨਾਲ ਗੁਣਾ ਕਰਨੀ ਹੈ, 20 ਦੂਣੀ 40 ਹੁੰਦੇ ਨੇ, ਮਾਈਨਸ F0 ਤੁਹਾਡੇ ਕੋਲ 13 ਹੈ, ਤੇ F2 ਤੁਹਾਡੇ ਕੋਲ ਕਿੰਨਾ ਹੈ 14 ਗੁਣਾ H ਤੁਹਾਡੇ ਕੋਲ 20 ਹੈ। ਸਾਰੀ ਵੈਲਿਊਜ਼ ਪੁੱਟ ਕਰ ਲਈਆਂ ਨੇ। ਹੁਣ ਤੁਸੀਂ ਦੇਖ ਸਕਦੇ ਹੋ 125 ਜਮਾ 20 ਉਤਰੇਗਾ 7, 7 ਨੂੰ ਅਸੀਂ 20 ਨਾਲ ਗੁਣਾ ਕਰਨਾ ਹੈ ਬਟਾ 40 ਦੇ ਵਿੱਚੋਂ ਪਹਿਲਾਂ 13 ਘਟਾਏ 27 ਆ ਗਏ, 27 ਦੇ ਵਿੱਚੋਂ 14 ਘਟਾਣੇ ਨੇ, ਉਹ ਸਾਡੇ ਕੋਲ 13 ਬਚ ਗਏ ਨੇ। ਤੇ ਇਸ ਤਰ੍ਹਾਂ ਸਾਡਾ ਆਨਸਰ ਆ ਗਿਆ ਹੈ 125 ਜਮਾ 140 ਬਟਾ 13। ਹੁਣ ਅਸੀਂ 140 ਨੂੰ ਪਹਿਲਾਂ 13 ਨਾਲ ਭਾਗ ਕਰਾਂਗੇ। 140 ਨੂੰ ਅਸੀਂ 13 ਨਾਲ ਭਾਗ ਕਰਨ ਜਾ ਰਹੇ ਹਾਂ। 13 ਏਕਮ 13, ਬਕਾਇਆ ਇੱਕ ਉੱਪਰ ਉਤਾਰ ਲਿਆ 0, ਪਰ ਸਾਡੇ ਕੋਲ ਰਕਮ ਛੋਟੀ ਹੈ, ਇਸ ਕਰਕੇ 0 ਲਗਾ ਕੇ ਦਸ਼ਮਲਵ ਲੱਗੇਗਾ, ਕਿਉਂਕਿ ਆਪਾਂ ਉੱਪਰ ਉਤਾਰ ਚੁੱਕੇ ਸੀਗੇ। ਇੱਕ 0 ਹੋਰ ਮਿਲ ਗਿਆ ਹੈ। 13 7 91, ਇਹਦਾ ਮਤਲਬ ਸਾਡੇ ਕੋਲ ਆਨਸਰ ਆਇਆ 10.7।
तो हुण 125 जमा 10.7 करन जा रहे हैं। तो देख सकते हो 125 ਦੇ ਵਿੱਚ 10.7 दशमलव तो बाद उत्थे 0 लगेगा 7531 135.7 ਤੁਹਾਡਾ आंसर होएगा। इस मॉड का इस बहुलक का 135.7 साडा आंसर होएगा। हुण असीं मध्यिका वल जा रहे हैं। ध्यान नाल देखियो मध्यिका च बेटा सब तो पहले आप CF कटते हैं। तुहानूं याद होएगा पहले 4 फिर अगली रकम जोड़ते हैं 9 9 दे विच 13 जोड़ो 13 ते 10 23 दे विच घटाई 22 22 दे विच 20 जोड़े 42 42 ते 14 जोड़े 40 ते 10 50 ते 6 56 56 ਦੇ ਵਿੱਚ 8 जोड़े 64 64 ਤੇ 4 जोड़े 68। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਇੱਥੇ ਵੀ 68 ਹੀ ਦਿੱਤਾ ਗਿਆ ਸੀਗਾ ਤੇ ਦੋਨੇ ਖਾਨੇ ਸਾਡੇ ਬਰਾਬਰ ਆ ਗਏ ਨੇ। ਹੁਣ ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਅਸੀਂ n/2 ਕੱਢਦੇ ਹਾਂ 68 ਦਾ ਅੱਧਾ ਜੋ ਕਿ ਸਾਡੇ ਕੋਲ 34 ਆਇਆ ਹੈ। ਹੁਣ ਅਸੀਂ 34 ਕਿੱਥੇ ਲੱਭਣਾ ਹੈ CF ਦੇ ਵਿੱਚ नहीं लभ्या तो उस तो उपरली रकम लभ लेनी है। साढ़े कोल की आ गई है 42 वाली रकम जिसनों असीं पूरा हाईलाइट कर लेना है। पर तुहानूं दस्सिया सीगा कि 42 की वरतों नहीं होएगी। इस गल का ध्यान रखना है। वरतों इसकी होएगी F की ते L की। CF 42 जिहड़ा सिलेक्ट किया उस तो उपरला ही लेना है। इस गल का ध्यान रखिए। दा मतलब तुहाडे कोल F कितना आ चुका है 20 CF तुहाडे कोल आया है 22 L तुहाडे कोल आया है 125 ते H तो तुहाडा फिक्स ही है 20। तो हुण असीं फटाफट मध्यिका का फार्मूला लिखांगे तो उस तो बाद ये सारी वैल्यूज़ नूं उहदे विच भर के आंसर कटांगे। ध्यान नाल देखियो असीं फार्मूला लिख लिया बेटा। L साडे कोल हैगा 125 जमा n/2 साडे कोल 34 आया है। CF तुहाडे कोल 22 है। F साडे कोल 20 है तो H 20 साडे कोल 20 है। 20 तो 20 सीधा ही कटिया गया बेटा बाई चांस। तो 125 जमा 34 ਦੇ ਵਿੱਚੋਂ 22 ਘਟਾਏ 12 आए ने तो साडा 137 मध्यिका होएगी। इस सवाल की बहुत ही सौखे ढंग नाल मध्यिका निकल गई है। ये कोई भी भाग करने की लोड़ नहीं पई। तो इस सवाल के मैं बेटा मध्यमान मध्यिका ते बहुलक तीनों चीज़ां पता करके दसिया ने। उम्मीद करना कि तुहानूं हुण चंगी तरह मध्यमान मध्यिका बहुलक बारे पता लग गया होएगा कि किस तरह मध्यमान मध्यिका ते बहुलक का पता लगाया जा सकता है। इक्को ही सवाल नूं असीं 3 तरह सवाल हल करके कढ लिया है। उम्मीद करदा कि तुहानूं समझ आया होएगा। हुण एक होर सवाल बेटा असीं मध्यिका कढण दा कर लैंदे ताकि साडी मध्यिका बिल्कुल चंगी तरह तैयार हो जाए। पंजवां सवाल साडा इसी अभ्यास का जिहदे विच मध्यिका पता करनी है जिस दे विच सानूं क्लास इंटरवल ते फ्रीकुएंसी दित्तियां सन। मैं उस तो अपने टेबल दे विच देखो बना चुका हाँ मध्यिका कढण वास्ते। तुहानूं सारिਆਂ ਨੂੰ याद है कि मध्यिका कढण लई सानूं सब तो पहला CF कढण दी लोड़ हुंदी है। तो हुण सब तो पहला असीं CF कढांगे। ध्यान नाल देखियो सब तो पहला 14 आ गया है। फिर उहदे विच 56 जोड़ने ने 5 ते 6 60 ते 70 तो फिर 60 जोड़ के तुसीं अपने तरीके नाल जोड़ भी कर सकते हो। 130 के 86 जोड़े 216 आ गए तुहाडे कोल। 216 तो 74 जोड़े 290 आ गए ने। 290 के 62 जोड़ने ने तो 352 आ चुके हैं। तो 352 तो 48 जोड़े ने तुहाडे कोल 400 आ गया है। इसका जोड़ भी सानू 400 ही दिता गया सवाल के विच। इस तरह साडी चैकिंग भी हो गई कि साडा CF बिल्कुल सही है। हुण सब तो पहले तुहानूं याद होएगा कि सब तो पहले असीं n/2 कढना हुंदा है जो कि 400 का अद्धा होएगा मीनस 200 असीं CF दे विच लभना हुंदा है। ना लभे तो उस तो वड्डा अखर लभीदा हुंदा है पर वो कदे वरतीदा नहीं हुंदा। इस गल का याद रखना है। इसनूं असीं हाईलाइट कर दिंदे हां। हुण साडे कोल F 86 होएगा तो L साडे कोल 3000 होएगा पर CF साडा 130 होएगा। इसदा मतलब साडे कोल CF जिहड़ा है वो 130 है। F साडे कोल 86 है तो L साडे कोल 3000 है तो H जो इन्हां दे विच गैप हुंदा है 500 का है। हुण असीं मीडियन का फार्मूला लगा के सारी वैल्यूज़ नूं भरन लगे हाँ। ध्यान नाल देखना सारिਆਂ ने। हुण देखो इधर L तुहानूं दिता गया है 3000 n/2 200 CF तुहाडे कोल आया है 130 बटा F तुहाडे कोल है 86 गुणा 500। इहदा मतलब तुहाडे कोल आ गया है 3000 जमा 70 गुणा 500 बटा 86। इहदा मतलब तुहाडे कोल है 3000 जमा 7 5 35 35000 बटा 86। हुण तुसीं 35000 नूं 86 नाल भाग करनी है। उस तो बाद उस आंसर दे विच 3000 नूं जोड़ना होएगा।
ਸਭ ਤੋਂ ਪਹਿਲਾਂ 86 ਦਾ ਪੜਾ ਲਿਖਣਾ ਸਿੱਖੀਏ ਬੇਟਾ, ਕਿਉਂਕਿ 86 ਨਾਲ ਭਾਗ ਕਰਨੀ ਥੋੜੀ ਜਿਹੀ ਔਖੀ ਹੋ ਸਕਦੀ ਹੈ। ਅਸੀਂ 86 ਨੂੰ ਦੋ ਭਾਗਾਂ 'ਚ ਵੰਡਿਆ ਹੈ, 8 ਦਾ ਪੜਾ ਲਿਖ ਲਿਆ ਤੇ 6 ਦਾ ਪੜਾ ਲਿਖ ਲਿਆ। ਹੁਣ 86 ਦਾ ਪੜਾ ਕਿੱਦਾਂ ਬਣਾਵਾਂਗੇ? ਤੁਸੀਂ ਸਭ ਤੋਂ ਪਹਿਲਾਂ ਅਖੀਰਲੇ ਅੱਖਰ 6 2 8 4 0 6 2 8 4 0 ਲਿਖ ਲਿਆ। ਦੇਖੋ ਲਿਖ ਲਿਆ ਨਾ। ਹੁਣ ਦੇਖੋ ਕੀ ਬਚ ਗਿਆ, ਇਹ ਜਿਹੜੇ ਨੰਬਰ ਲਿਖਣੇ ਉਹਨੂੰ ਛੱਡ ਦਿਓ। 16 ਤੇ 1 ਜੋੜ ਕੇ ਕਿੰਨੇ ਬਣੇ? 17। 24 ਤੇ 1 25, 32 ਤੇ 2 34, 40 3 43, 48 3 51, 56 4 60, 64 4 68, 72 5 77, 80 6 86। ਇਹ ਤੁਹਾਡਾ 86 ਦਾ ਪੜਾ ਤਿਆਰ ਹੈ। ਹੁਣ ਤੁਸੀਂ 86 ਨਾਲ ਭਾਗ ਕਰਾਂਗੇ 35000 ਨੂੰ, ਬਹੁਤ ਸੌਖੇ ਤਰੀਕੇ ਨਾਲ ਭਾਗ ਹੋਏਗੀ ਹੁਣ, ਕਿਉਂਕਿ 35000 ਨੂੰ 86 ਦਾ ਪੜਾ ਤੁਹਾਡੇ ਸਾਹਮਣੇ ਹੈ। ਹੁਣ ਸਭ ਤੋਂ ਪਹਿਲਾਂ 350 ਦੇ ਲਾਗੇ ਪਾਉਂਦਾ 344, ਜੋ ਕਿ 4 ਤੇ ਆ ਰਿਹਾ ਹੈ। 344 ਬਕਾਇਆ 6 ਉੱਪਰ ਉਤਾਰ ਲਿਆ 0, पर छोटा अखर हो गया, इस करके 0 उतार के एक होर 0 उतार लीए। 600 के लागे 516 आता है, जो कि 1 2 3 4 5 6 ते आता है। 516 साढ़े को 84 बच गया है, दशमलव के राही सानू एक 0 मिल गया। 840 के नेड़े 774, जो कि 9 ते आता है। इस तरह साडा आंसर 406.9 भाग करके आ गया है, जो कि असी 3000 जमा 406.9 लिखांगे। हुण 3000 दे विच ਅਸੀਂ 406.9 ਨੂੰ ਜੋੜਾਂਗੇ। 9 ਇੱਦਾਂ ਹੀ ਆ ਗਿਆ, 604, ਸਾਡੇ ਕੋਲ 3406.9 ਇਸ ਸਵਾਲ ਦਾ ਆਨਸਰ ਆ ਗਿਆ। ਉਮੀਦ ਕਰਦਾ ਕਿ ਤੁਹਾਨੂੰ ਕੈਲਕੂਲੇਸ਼ਨ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ। ਕੈਲਕੂਲੇਸ਼ਨ 'ਚ ਮਾਰ ਨਹੀਂ ਖਾਣੀ ਬੇਟਾ, ਬਾਕੀ ਸਾਰਾ ਕੁਝ ਸਹੀ ਹੈ। ਮੈਂ ਪੜ੍ਹਾ ਲਿਖਣਾ ਵੀ ਤੁਹਾਨੂੰ ਸਿਖਾਇਆ। ਇਸ ਤਰ੍ਹਾਂ ਅਸੀਂ ਕੋਈ ਵੀ ਪੜ੍ਹਾ ਲਿਖ ਸਕਦੇ ਹਾਂ 99 ਤੱਕ ਕੋਈ ਵੀ ਪੜ੍ਹਾ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ। ਇਸ ਤਰ੍ਹਾਂ ਬੇਟਾ ਸਾਡਾ ਪੰਜਵਾਂ ਸਵਾਲ ਜਿਹੜਾ ਕਿ ਮੱਧਿਕਾ ਪਤਾ ਕਰਨ ਦਾ ਸੀਗਾ, ਸਿਰਫ ਅਸੀਂ ਉਸਦੀ ਮੱਧਿਕਾ ਪਤਾ ਕਰ ਲਈ ਹੈ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆਈ ਹੋਏਗੀ। ਜੇਕਰ ਬੇਟਾ ਕਿਸੇ ਨੂੰ ਮੇਰੀ ਵੀਡੀਓਜ਼, ਮੇਰਾ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਹੋਵੇ ਤਾਂ ਜ਼ਰੂਰ ਬੇਟਾ ਕਮੈਂਟ ਕਰਿਆ ਕਰੋ, ਜ਼ਰੂਰ ਉਸਨੂੰ ਲਾਈਕ ਕਰਿਆ ਕਰੋ, ਅਤੇ ਮੇਰੇ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਇਸ ਨਾਲ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਬਾਰੇ ਪਤਾ ਲੱਗੇਗਾ।